हालेलुया। एक डॉक्टर के पास जाना शुरू किया, बहुत सारी मेडिसिन खाई लेकिन तब भी कोई फ़र्क ना पड़ा। फिर उसके बाद इन्होंने तांत्रिक बाबों के पास जब जाना शुरू किया, लाखों रुपए खर्च किए, तब भी कोई फ़र्क ना पड़ा। और इनको लगता था कि शायद इनकी अभी कभी भी औलाद नहीं होगी, शायद हमारी किस्मत में औलाद नहीं है। और इसी दौरान इनको बहुत सारे लोगों की बातों का सामना करना पड़ता था और बहुत सारे तांत्रिक बाबों के पास जाने से उल्टा दुष्ट आत्माओं ने इनके जीवन में काम करना शुरू कर दिया और जिससे इनकी बॉडी में बहुत सारी प्रॉब्लम क्रिएट कर दी दुष्ट आत्माओं ने। लेकिन तब भी इनको किसी ने प्रभु यीशु मसीह के बारे में बताया, लेकिन पहले तो इन्होंने सोचा कि ये हमारा धर्म नहीं है, ये गोरों का धर्म है। लेकिन सब कुछ करने के बाद जब कुछ हल ना मिला तो फिर उसके बाद इन्होंने प्रभु यीशु मसीह को जाना और सुखपाल राणा मिनिस्ट्री में आना शुरू किया। और पहली मीटिंग में ही परमेश्वर के दास अपोस्टल सुखपाल राणा जी के द्वारा इनकी बॉडी से दुष्ट आत्माओं को निकाला गया और उसी दिन से परमेश्वर ने इनकी जितनी भी छोटी मोटी प्रॉब्लम थी सारी खत्म कर दी। और जो काम 17 साल से कभी नहीं हुआ वो परमेश्वर प्रभु यीशु मसीह ने इनके जीवन में किया। उसके बाद ये सिस्टर प्रेग्नेंट हुए और फिर उसके बाद परमेश्वर ने कैसे इनको बेटे के साथ ब्लेस किया, आइए ये गवाही को इनके मुंह से सुनते हैं। साਰਿਆਂ ਨੂੰ ਜੈ ਮਸੀਹ ਦੀ। मैं परमेश्वर ਦੇ ਦਾਸ ਦਾ ਸੁਖਪਾਲ ਰਾਣਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਨਾਮ ਹਰਜੀਤ ਕੌਰ ਆ। ਮੈਂ ਪਿੰਡ ਸਰਲੀ ਖੁਰਦ ਦੇ ਰਹਿਣ ਵਾਲੀ ਹਾਂ, ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੀ ਹਾਂ। ਮੈਂ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ। 17 ਸਾਲ ਪਹਿਲਾਂ ਸਾਡੀ ਮੈਰਿਜ ਹੋਈ। ਉਸ ਤੋਂ ਬਾਅਦ ਹਰ ਇੱਕ ਲੇਡੀ ਦੀ ਚਾਹਤ ਹੁੰਦੀ ਹੈ ਕਿ ਮੈਂ ਮਾਂ ਬਣਾ। ਅਸੀਂ 1 ਸਾਲ ਵੇਟ ਕੀਤੀ ਪਰ ਮਾਂ ਨਹੀਂ ਬਣ ਪਾਈ ਮੈਂ। ਉਸ ਤੋਂ ਬਾਅਦ ਦਵਾਈਆਂ ਖਾਣੀਆਂ ਸ਼ੁਰੂ ਕੀਤੀਆਂ। 2-4 ਸਾਲ ਸਾਡੇ ਇਸ ਤਰ੍ਹਾਂ ਦਵਾਈਆਂ ਖਾਂਦਿਆਂ ਹੀ ਲੰਘ ਗਏ। ਉਸ ਤੋਂ ਬਾਅਦ ਸਾਨੂੰ ਕਿਸੇ ਨੇ ਸਿਆਣਿਆਂ ਦੱਸ ਪਾਉਣੀ ਸ਼ੁਰੂ ਕੀਤੀ। ਇਸ ਤਰ੍ਹਾਂ ਸਿਆਣਿਆਂ ਦੇ ਜਾਣਾ ਸ਼ੁਰੂ ਕੀਤਾ, ਦਵਾਈਆਂ ਖਾਣੀਆਂ ਸ਼ੁਰੂ ਕਰਤੀਆਂ, ਕੋਈ ਵੀ ਰਿਜ਼ਲਟ ਸਾਨੂੰ ਨਹੀਂ ਮਿਲਦਾ। ਉਸ ਤੋਂ ਬਾਅਦ ਮਤਲਬ ਕਿ ਮੈਨੂੰ ਦੁਨੀਆ ਨੇ ਤਾਨੇ ਮੇਨੇ ਮਾਰਨੇ ਸ਼ੁਰੂ ਕਰਤੇ ਕਿ ਇਹ ਬਾਂਝ ਆ, ਇਹ ਤੋਂ ਇਹਦੇ ਨਾਲੋਂ ਆਪਣੀਆਂ ਨੌਵਾਂ ਨੂੰ ਮੇਰੇ ਨਾਲੋਂ ਦੂਰ ਰੱਖਣਾ ਸ਼ੁਰੂ ਕਰਤਾ ਵੀ ਇਹਦਾ ਮਾੜਾ ਪਰਛਾਵਾਂ ਨਾ ਪੈ ਜੇ, ਨਵੇਂ ਬੱਚਾ ਕਿਸੇ ਦੇ ਹੋਣਾ ਉਹਨਾਂ ਵੀ ਮੇਰੇ ਸਾਹਮਣੇ ਨਾ ਲਿਆਉਣਾ। ਇਸ ਤੋਂ ਬਾਅਦ ਮੈਂ ਬਹੁਤ ਦੁਖੀ ਹੋ ਗਈ, ਬਹੁਤ ਜ਼ਿਆਦਾ ਪਰੇਸ਼ਾਨ ਸੀ ਆਪਣੀ ਜ਼ਿੰਦਗੀ 'ਚੋਂ ਕਿ ਮੈਂ ਕੀ ਕਰਾਂ। ਮੈਂ ਆਪਣੇ ਜੀਵਨ ਤੋਂ ਮਰ ਜਾਣਾ ਹੀ ਚੰਗਾ ਸਮਝਦੀ ਸੀ ਕਿ ਮੈਂ ਜੀਵਨ ਤੋਂ ਬਗੈਰ ਮਰਨਾ ਹੀ ਵਧੀਆ ਵਾ ਮੇਰੇ ਵਾਸਤੇ। ਬਹੁਤ ਪਰੇਸ਼ਾਨ ਸੀ ਮੈਂ ਜੀਵਨ ਤੋਂ। ਕੋਈ ਵੀ ਮੈਨੂੰ ਕਿਤਿਓਂ ਵੀ ਰਿਜ਼ਲਟ ਨਹੀਂ ਸੀ ਮਿਲਦਾ ਆਪਣੀ ਮਤਲਬ ਕਿ ਬੇਬੀ ਹੋਣ ਬਾਰੇ। ਫਿਰ ਸਾਨੂੰ ਕਿਸੇ ਨੇ ਇੱਕ ਬਾਬੇ ਬਾਰੇ ਦੱਸ ਪਾਈ ਕਿ ਇਹ ਕਿਸੇ ਜਗ੍ਹਾ 'ਤੇ ਸਿਆਣਾ ਬਾਬਾ ਹੈਗਾ ਵਾ, ਉਹਨੂੰ ਤੁਸੀਂ ਪੈਸੇ ਦਿਓਗੇ ਤੁਹਾਨੂੰ ਫਲ ਪਾਏਗਾ ਅਤੇ ਫਿਰ ਤੁਹਾਨੂੰ ਬੱਚਾ ਮਿਲ ਸਕਦਾ ਵਾ। ਅਸੀਂ ਪੈਸੇ ਵੀ ਦੇ ਕੇ ਆਏ, ਫਲ ਪਵਾਇਆ ਵੀ ਤੁਹਾਨੂੰ ਪ੍ਰੈਗਨੈਂਟ ਹੋ ਸਕਦੇ ਤੁਸੀਂ। ਪਰੇਸ਼ਾਨ ਹੋ ਗਏ। ਫਿਰ ਕਦੀ ਡਾਕਟਰਾਂ ਕੋਲ ਚਲ ਜਾਣਾ, ਡਾਕਟਰਾਂ ਨੇ ਕਦੀ ਮੇਰੇ ਪਤੀ 'ਚ ਦੱਸ ਦੇਣੀ ਕਿ ਇਹਨਾਂ ਦੀ ਪ੍ਰੋਬਲਮ ਆ, ਇਹਨਾਂ ਦੀ ਕਮੀ ਆ, ਤੁਸੀਂ ਮਾਂ ਨਹੀਂ ਬਣ ਸਕਦੇ। ਕਦੀ ਮੇਰੇ 'ਚ ਦੱਸ ਦੇਣੀ, ਰਿਪੋਰਟਾਂ 'ਚ ਵੀ ਕੁਛ ਨਾ ਆਉਣਾ। ਮੇਰੇ ਪਤੀ ਦੀਆਂ ਰਿਪੋਰਟਾਂ 'ਚ ਆ ਜਾਣਾ ਕਿ ਮਤਲਬ ਕਿ ਇਹਨਾਂ 'ਚ ਪ੍ਰੋਬਲਮ ਹੈਗੀ ਆ। ਸਾਨੂੰ ਕੁਝ ਵੀ ਸਮਝ ਨਹੀਂ ਆਉਂਦੀ। ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਹਾਰ ਗਏ ਸੀ, ਪਰੇਸ਼ਾਨ ਹੋ ਗਏ ਸੀ, ਹਰ ਬੰਨਿਓਂ ਦੁਖੀ। ਜੇ ਸਿਆਣਿਆਂ ਕੋਲ ਜਾਂਦੇ ਉਸ ਬੰਨੇ ਵੀ ਦੁਖੀ ਹੋ ਗਏ ਸੀ, ਡਾਕਟਰਾਂ ਕੋਲ ਜਾਂਦੇ ਹਾਂ ਉਸ ਬੰਨੇ ਵੀ ਦੁਖੀ ਹੋ ਗਏ। ਕਿਸੇ ਬੰਨਿਓਂ ਰਿਜ਼ਲਟ ਹੀ ਨਹੀਂ ਮਿਲਦਾ ਸਾਨੂੰ। ਜਦੋਂ ਅਸੀਂ ਸਾਰੇ ਡਾਕਟਰਾਂ ਕੋਲ ਵੀ ਹੋਏ, ਸਿਆਣਿਆਂ ਕੋਲ ਵੀ, ਜ਼ਿੰਦਗੀ 'ਚ ਬਿਲਕੁਲ ਕੋਈ ਰਿਜ਼ਲਟ ਨਾ ਮਿਲਿਆ। ਫਿਰ ਅਸੀਂ ਆਪਣੀ ਜ਼ਿੰਦਗੀ 'ਚ ਪੂਰੇ ਹਾਰ ਗਏ। ਅਸੀਂ ਥੱਕ ਟੁੱਟ ਗਏ ਕਿ ਹੁਣ ਸਾਡੇ ਔਲਾਦ ਹੈ ਹੀ ਨਹੀਂ ਹੈ ਕਰਮਾਂ 'ਚ। ਬਹੁਤ ਪਰੇਸ਼ਾਨ ਅਤੇ ਦੁਖੀ ਹੋ ਗਏ। ਇਸ ਤਰ੍ਹਾਂ ਹੀ ਕੋਈ ਰਿਜ਼ਲਟ ਸਾਨੂੰ ਮਿਲਿਆ ਨਾ। ਆਪਣੇ ਜੀਵਨ 'ਚ ਹੁਣ ਹਾਰ ਹੰਬ ਕੇ ਬਹਿ ਗਏ ਕਿ ਸਾਡੇ ਔਲਾਦ ਹੈ ਹੀ ਨਹੀਂ ਆ ਕਰਮਾਂ 'ਚ, ਬਿਲਕੁਲ ਔਲਾਦ ਸਾਡੇ ਹੈ ਹੀ ਨਹੀਂ ਆ। ਬਹੁਤ ਦੁਖੀ ਪਰੇਸ਼ਾਨ ਹੋ ਗਏ ਅਸੀਂ ਆਪਣੇ ਜੀਵਨ ਦੇ ਵਿੱਚ। ਜਾਣ ਨਾਲ, ਬਾਬਿਆਂ ਕੋਲ ਜਾਣ ਨਾਲ, ਤਾਂਤਰਿਕ ਬਾਬਿਆਂ ਕੋਲ ਜਾਣ ਨਾਲ, ਫਿਰ ਸਾਡੇ ਜੀਵਨ 'ਚ ਮੇਰੇ ਉੱਪਰ ਦੁਸ਼ਟ ਆਤਮਾ ਦਾ ਮਤਲਬ ਕਿ ਅਸਰ ਹੋ ਗਿਆ। ਦੁਸ਼ਟ ਆਤਮਾ ਮੇਰੇ ਉੱਪਰ ਖੇਡਦੀਆਂ ਹੁੰਦੀਆਂ ਸੀ। ਮੈਂ ਬਹੁਤ ਜ਼ਿਆਦਾ ਦੁਖੀ ਬਿਮਾਰ ਹੋ ਗਈ, ਉਲਟਾ ਦੁਖੀ ਬਿਮਾਰ ਹੋ ਗਈ ਸੀ, ਬਹੁਤ ਜ਼ਿਆਦਾ ਦੁਖੀ ਬਿਮਾਰ ਹੋ ਗਈ। ਅਤੇ ਇਸ ਤੋਂ ਬਾਅਦ ਔਲਾਦ ਬਾਰੇ ਤਾਂ ਸੋਚਣਾ ਹੀ ਬੰਦ ਕਰਤਾ, ਖੁਦ ਬਿਮਾਰ ਰਹਿਣਾ ਸ਼ੁਰੂ ਕਰਤਾ। ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ। ਬੱਚੇ ਬਾਰੇ ਤਾਂ ਅਸੀਂ ਭੁੱਲ ਹੀ ਗਏ ਕਿ ਸਾਨੂੰ ਬੱਚਾ ਹੈਗਾ ਜਾਂ
ਬੱਚਾ ਮਿਲੇਗਾ, ਇਸ ਬਾਰੇ ਅਸੀਂ ਭੁੱਲ ਹੀ ਗਏ ਸੀ। ਉਸ ਤੋਂ ਬਾਅਦ 17 ਸਾਲ ਬੀਤ ਗਏ ਮੇਰੀ ਮੈਰਿਜ ਨੂੰ। ਸਾਨੂੰ ਕਿਸੇ ਨੇ ਪ੍ਰਭੂ ਯੀਸ਼ੂ ਮਸੀਹ ਬਾਰੇ ਸ਼ੁਭ ਸਮਾਚਾਰ ਦਿੱਤਾ। ਅਸੀਂ ਉਹਨਾਂ ਨੂੰ ਕਿਹਾ ਕਿ ਨਹੀਂ, ਇਹ ਸਾਡਾ ਧਰਮ ਨਹੀਂ ਆ, ਅਸੀਂ ਨਹੀਂ ਜਾ ਸਕਦੇ ਕਿਤੇ। ਉਸ ਤੋਂ ਬਾਅਦ ਖੁਦ ਮੈਂ ਜ਼ਿਆਦਾ ਬਿਮਾਰ ਹੋ ਗਈ। ਜਿਨ੍ਹਾਂ ਸਾਨੂੰ ਸ਼ੁਭ ਸਮਾਚਾਰ ਦਿੱਤਾ, ਅਸੀਂ ਖੁਦ ਉਹਨਾਂ ਨੂੰ ਫ਼ੋਨ ਲਗਾਇਆ ਕਿ ਸਾਨੂੰ ਤੁਸੀਂ ਯੀਸ਼ੂ ਮਸੀਹ 'ਤੇ ਲੈ ਕੇ ਜਾਓ। ਫਿਰ ਅਸੀਂ ਸੁਖਪਾਲ ਰਾਣਾ ਚਰਚ ਵਿੱਚ ਆਏ। ਫਿਰ ਜਦੋਂ ਅਸੀਂ ਚਰਚ ਵਿੱਚ ਆਏ, ਮੇਰੇ ਉੱਪਰ ਦੁਸ਼ਟ ਆਤਮਾ ਆਇਆ। ਉਹਨੇ ਮੈਨੂੰ ਤਰੋੜਨਾ ਮਰੋੜਨਾ ਸ਼ੁਰੂ ਕਰਤਾ। ਮੇਰਾ ਬਹੁਤ ਬੁਰਾ ਹਾਲ ਹੋਇਆ। ਫਿਰ ਪਰਮੇਸ਼ਰ ਦੇ ਦਾਸ ਨੇ ਦੁਸ਼ਟ ਆਤਮਾ ਨੂੰ ਡਾਂਟਿਆ। ਫਰੀਸ਼ ਮਸਗਨਮ चल साल हो गए तो बच्चा नहीं होने देता। कितने साल? 16 साल हो गए ते ना। कौन है तू? खेतर वाला हैं? खेतर वाला सारे खेतर वाले। ओए तू आया कितना है तेरे जीवन च? मैं कुवारी तो होए दे विच। हैं? कुवारी तो दिवाली तो कुवारी जदों कवारी तो तेरी समझ नहीं लगती क्यों बोल रहा। चल चल छड़ दे दी कुक नू। चल 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 फ्री फ्री यीशु मसीह। फिर मेरे जीवन 'ਚ दुष्ट आत्मा उसे वक्त चली गई। मेरी सारियां बीमारियां छोटियां मोटियां जिन्नियां भी सब दूर हो गईयां। मैं अपने जीवन 'ਚ बहुत खुश हुई कि इत्थों मेरियां सारियां बीमारियां दूर हो सकदियां ते मैनूं बेबी भी क्यों नहीं मिल सकदा। फिर मैनूं अपने बेबी दी भी आस जाग गई कि इत्थों मैनूं बेबी मिल सकदा वा। फिर मैं लगातार चर्च विच आना शुरू किया। एक दिन परमेश्वर दे दास जी दे मुखों घोषणा हुई कि जिन्हां दे बेबी नहीं आ उन्हां नूं प्रार्थना कीते होए दुपट्टे मिलणगे। फिर मैं भी अगे आई, मैनूं भी प्रार्थना होया दुपट्टा मिलिया। गैर भाषा आप कर रहे अभी, ये आपके कुक के बंधन टूट रहे अभी, आपके कुक के बंधन टूट रहे। कलीसिया जो आंखें खोल रही उनका आंख नहीं खोलनी, बस मन लगाना है। पर दुपट्टा मेन नहीं सी, मेन सी परमेश्वर दे दास नाल साडी मीटिंग होनी। उन्होंने 4 वार साडे नाल मीटिंग की। प्रभु बारे सानूं दस्सिया, प्रभु दे वचनां बारे सानूं दस्सिया कि किस तरह तुहाडे जीवन 'ਚ काम हो सकदा वा। फिर परमेश्वर दे दास ने साडे नाल 4 वार मीटिंग की, सानूं वचन समझाए। असीं उन्हां वचनां ते रहे। जो काम 17 साल तो कदी भी मेरे जीवन दे विच नहीं होया, ਉਹ प्रभु यीशु मसीह ने मेरे जीवन दे विच कीता काम। उस तो बाद मैं प्रैगनेंट होई। हुण मैनूं प्रभु यीशु मसीह ने बेटे दे नाल ब्लैस कीता। प्रभु यीशु मसीह नूं ना जानन करके मेरा जीवन बहुत सारा खराब सी ते मैं प्रभु यीशु मसीह नूं जान के, जिस तरह बाइबल 'ਚ लिखिया वा कि सच नूं जानेंगे तो सच तुहानूं आज़ाद करेगा, इस तरह प्रभु यीशु मसीह ने मैनूं आज़ाद किया, एक सोहणे बेटे दे नाल ब्लैस किया ते अज मेरा घर परमेश्वर ने बहुत खुशियां नाल भरता। मैं इस वड्डी गवाही लई परमेश्वर दा ते परमेश्वर दे दास दा बहुत सारा धन्नवाद करदी हाँ। सब नूं जय मसीह दी। दिखाओ लोगों को ये बेटा जो 17 साल बाद दिया, इसकी शक्ल दिखाओ। ये देखो कितना खूबसूरत है, इसकी पूरी टोपी उतार दो। अरे वाह वाह वाह। इसका नाम क्या है? रणबीर जोशफ। रणबीर जोसफ। हाँ जी। अरे वाह, ये तो प्रभु के लोगों का नाम है। क्या बात है ये नाम की। रणबीर योसफ मतलब यूसुफ। अरे कितना सुंदर बच्चा, देखो कितना इसमें धीरज है, कितना नम्र है ये। अरे वाह,
चलो हम इसे डेडिकेट करते हैं परमेश्वर के सामने इस बच्चे को, ताकि ये खुदा के काम करे। आंखें बंद करो। जिंदा खुदाबंद, इसे आपने पैदा किया अपने लोगों को जीतने के लिए और अपनी सामर्थ को प्रकट करके दिखाने के लिए कि आप जिंदा खुदा हो, जो संसार नहीं कर सकता। जो दुनिया सोचती है कि ये ईश्वर है, भगवान है, वहां से हो जाएगा। जो कहीं से भी नहीं होगा परमेश्वर, वो आपसे होगा। इस बच्चे को पैदा करके आपने प्रकट कर दिया। अब प्रभु यीशु, अब जिंदा खुदा हो, आपने प्रकट कर दिया। यहोवा पिता आप हो। इस बच्चे को आपके हाथ में देता हूं, इसे डेडिकेट करता हूं, इसे ब्लेस करता हूं आपके कामों के लिए। माता पिता के आज्ञाकारी बने, आपके वचन में बड़े, रूहों को जीतने वाला एक सच्चा सेवक बने। यीशु मसीह के नाम से इसे ब्लेस करता हूं, ब्लेस करता हूं इस बच्चे को। यीशु के ब्लड में कवर करता हूं इस बच्चे को। खुदा ये तेरे कामों के लिए अभिषिक्त करता हूं इसको। यस, आमेन। इस गवाही के लिए जोर से तारीफ करो, जोर से जोर से जोर से तारीफ करो। एक बार भट्टी साहब कुछ गाओ इनके लिए, खुशी के लिए। हर खुशी मैनू यसू ने वखाईए, ऐसे खुशी विच अख पर आईए। हर खुशी मैनू यसू ने वखाईए, ऐसे खुशी विच अख पर आईए। हर खुशी मैनू यसू ने वखाईए, ऐसे खुशी विच अख पर आईए। हर खुशी मैनू यसू ने वखाईए, ऐसे खुशी विच अख पर आईए। गवाही के नचने नू दिल करदा, ओ दे लोकां विच तेरी मैं गवाही के नचने नू दिल करदा। हाँ, दे लोकां विच तेरी मैं गवाही के नचने नू दिल करदा। ओ दे लोकां विच तेरी मैं गवाही के नचने नू दिल करदा। के नचने नू दिल करदा, नचने नू